आओ जो पातशाह दी पावन पवित्र बाणी सुखमणी साहिब जी दी अपनी लड़ीवार चल रही है विचार। अगे आरंभ करिए। अज आपां 17वीं अष्टपदी दे 8वें पदे दी विचार करन दा उद्यम उपराला कर रहे हैं। कल आपां विचार इत्थे समाप्त करी सी कि 8 पहर प्रभ बसै हजूरे, कहो नानक सई जन पूरे। जेड़े गुरमुख लोग 8 पहर अपने मन नूं परमात्मा दी हजूर रखदे आ, हाजिर रखदे आ सतगुर दी शरण च, उन्हां नूं पातशाह गुरु अर्जन देव साहिब जी महाराज समझा रहे सन। पूर्ण मनुख दा पूर्ण संत कह लो, पूर्ण भगत कह लो, उन्हां नूं गुरबाणी दे अंदर दर्जा दिता गया। जिन्हां ने इस अवस्था च रहना सिख लिया, 8 पहर प्रभ वसै हजूरे, कहो नानक सई जन पूरे। हुण अगे पातशाह आपां नूं समझा रहे हैं कि जेड़े ऐसे गुरमुख ने अपने मन नूं आपां समझा के रखिए कि मन मेरे तिन की ओट लेहे, मन तन अपना तिन जन देहे। क्योंकि पातशाह दी गुरबाणी दे अंदर भगतां दी, संतां दी, गुरमुखां दी, सिखां दी बहुत वडियाई कीती गई है। ਜਿਹੜੇ ਉਸ ਮਾलिक ਦੇ ਦਾਸ ਬਣ ਜਾਂਦੇ ਆ, ਜਿਹਦੇ ਬਾਰੇ ਪਾਤਸ਼ਾਹ ਸਮਝਾ ਰਹੇ ਹਨ, ਹਰ ਕੇ ਦਾਸ ਸੁਹੇਲੇ ਭਾਈ, ਤੇ ਉਹ ਸਦਾ ਸੁਖੀ ਹੋ ਜਾਂਦੇ ਆ। ਫਿਰ ਜਿਹੜੇ ਉਹਨਾਂ ਗੁਰਮੁਖਾਂ ਦੀ ਸੰਗਤ ਕਰਦੇ ਆ, ਕਿਉਂਕਿ ਜਿਹੜੇ ਸੰਸਾਰ ਦੇ ਅੰਦਰ ਆਪਾਂ ਜੀਵਨ ਦਾ ਸਫ਼ਰ ਕਰ ਰਹੇ ਹਾਂ, ਇਸ ਨੂੰ ਗੁਰਬਾਣੀ ਦੇ ਅੰਦਰ ਕਾਲ ਦਾ ਦੇਸ਼ ਕਹਿੰਦੇ ਨੇ, ਮਾਇਆ ਦਾ ਦੇਸ਼ ਕਹਿੰਦੇ ਨੇ। ਅਗਨ ਦਾ ਸਮੁੰਦਰ, 4 ਨਦੀਆਂ ਚੱਲ ਰਹੀਆਂ ਹਨ ਇੱਥੇ। ਹੰਸ ਹੇਤ ਲੋਭ ਕੋਪ, 4 ਨਦੀਆਂ ਅੱਗ। ਤੇ ਬਹੁਤ ਵੱਡਾ ਭਵ ਸਾਗਰ ਹੈ, ਅਗਨ ਸਾਗਰ ਹੈ, ਵਿਖ ਸਾਗਰ ਹੈ, ਸੁਖ ਸਾਗਰ ਹੈ, ਜਿਹਦੇ ਅੰਦਰ ਆਪਣੇ ਜੀਵਨ ਦਾ ਸਫ਼ਰ ਬਿਨਾ ਗੁਰੂ ਮੱਤ ਤੋਂ ਐਸੀ ਇੱਕ ਘੁੰਮਣ ਘੇਰੀ ਦੇ ਅੰਦਰ ਚੱਲ ਰਿਹਾ ਕਿ ਸਾਨੂੰ ਆਪਣੇ ਸੁਖੀ ਜੀਵਨ ਬਤੀਤ ਕਰਨ ਦਾ ਜਿਹੜਾ ਰਸਤਾ ਹੈ ਉਹਦੀ ਸੋਝੀ ਨਹੀਂ ਆ ਰਹੀ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਫਿਰ ਭਾਈ ਜਿਹੜੇ ਐਸੇ ਗੁਰਮੁਖ ਲੋਕ ਨੇ ਉਹਨਾਂ ਤੋਂ ਸਹਾਰਾ ਲਿਆ ਕਰੋ। ਮਨ ਮੇਰੇ ਤਿਨ ਕੀ ਓਟ ਲੇਹੇ, ਉਹਨਾਂ ਤੋਂ ਸਹਾਰਾ ਲਿਆ ਕਰੋ, ਆਸਰਾ ਲਿਆ ਕਰੋ, ਉਹਨਾਂ ਦੀ ਸੰਗਤ ਕਰਿਆ ਕਰੋ, ਉਹਨਾਂ ਤੋਂ ਸਿੱਖਿਆ ਲਿਆ ਕਰੋ ਕਿ ਕਿਸ ਤਰ੍ਹਾਂ ਅਸੀਂ ਇਹ ਦੁੱਖਾਂ ਭਰੇ ਜੀਵਨ ਦੇ ਅੰਦਰੋਂ ਸੁੱਖ ਦੀ ਤਲਾਸ਼ ਕਰ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਉਸ ਮਾਰਗ ਤੇ ਚੱਲ ਸਕਦੇ ਹਾਂ ਜਿਹਨੂੰ ਗੁਰਬਾਣੀ ਦੇ ਅੰਦਰ ਸੰਤ ਕਾ ਮਾਰਗ ਧਰਮ ਕੀ ਪੌੜੀ ਦਾ ਨਾਮ ਦਿੱਤਾ ਗਿਆ। ਜਿਹੜਾ ਇਨਸਾਨ ਇਸ ਰਸਤੇ ਚੱਲਦਾ ਉਸ ਨੂੰ ਪਾਤਸ਼ਾਹ ਵਡਭਾਗੀ ਸਮਝਾ ਰਹੇ ਆ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ, ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਸ਼ਰਣੀ ਹਰ ਚਰਣੀ ਚਿੱਤ ਲਾਏ। ਤੇ ਇਸ ਮਾਰਗ ਤੇ ਚੱਲਣ ਵਾਸਤੇ ਸਾਨੂੰ ਲੋੜ ਪੈਂਦੀ ਆ ਸੰਗਤ ਦੀ, ਗੁਰਮੁਖਾਂ ਦੀ, ਜੋ ਸਾਨੂੰ ਭੁੱਲਿਆ ਹੋਇਆਂ ਨੂੰ ਸਾਡੇ ਜੀਵਨ ਦਾ ਅਸਲੀ ਰਸਤਾ ਦਿਖਾ ਦੇਣ। ਜਿਸ ਤਰ੍ਹਾਂ ਆਪਾਂ ਹੁਣ ਗੁਰੂ ਦੀ ਸ਼ਰਨ 'ਚ ਆਉਂਦੇ ਆ, ਗੁਰੂ ਸਾਨੂੰ ਭੁੱਲਿਆ ਹੋਇਆਂ ਨੂੰ ਸਾਡੇ ਜੀਵਨ ਦਾ ਅਸਲੀ ਮਾਰਗ ਦਿਖਾਉਂਦੇ ਆ। ਇਸੇ ਕਰਕੇ ਪਾਤਸ਼ਾਹ ਸਮਝਾ ਰਹੇ ਹਨ, ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਤੇ ਗੁਰੂ ਤੋਂ ਪਹਿਲਾਂ ਲੋੜ ਪੈਂਦੀ ਆ ਗੁਰਮੁਖ ਜਨਾਂ ਦੀ, ਸੰਤ ਜਨਾਂ ਦੀ। ਜਿੰਨਾ ਚਿਰ ਅਸੀਂ ਸੰਗਤ ਕਰਕੇ ਗੁਰੂ ਦੇ ਗਿਆਨ ਦਾ ਭੇਦ ਨਹੀਂ ਲੈਂਦੇ,
ਗੁਰੂ ਦੇ ਜੋ ਗੁੱਝੇ ਭੇਦ ਗੁਰਬਾਣੀ ਦੇ ਅੰਦਰ ਸਾਨੂੰ ਸਮਝਾਏ ਗਏ ਆ, ਜਿਨ੍ਹਾਂ ਨੂੰ ਸਮਝਣ ਵਾਸਤੇ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਦੀ ਲੋੜ ਪੈਂਦੀ। ਨਹੀਂ ਤਾਂ ਸਾਨੂੰ ਆਪਦੇ ਜੀਵਨ ਦੀ ਇਸ ਖੇਡ ਦਾ ਭੇਦ ਨਹੀਂ ਆਉਂਦਾ। ਨਾ ਸਾਨੂੰ ਆਪਣੇ ਮਨ ਬਾਰੇ ਗਿਆਨ, ਨਾ ਆਤਮਾ ਦਾ ਗਿਆਨ, ਨਾ ਪਰਮਾਤਮਾ ਦਾ ਗਿਆਨ, ਨਾ ਸਾਨੂੰ ਇਸ ਗੱਲ ਦੀ ਸੋਝੀ ਆਉਂਦੀ ਕਿ ਸਾਡੇ ਜੀਵਨ ਦੇ ਅੰਦਰ ਦੁੱਖ ਕਿੱਥੋਂ ਸ਼ੁਰੂ ਹੁੰਦੇ ਆ, ਉਹਨਾਂ ਦੁੱਖਾਂ ਦੀ ਨਿਵਰਤੀ ਕਿਵੇਂ ਕਰਨੀ ਆ। ਇਸੇ ਕਰਕੇ ਫਿਰ ਪ੍ਰਭੂ ਦੇ ਪਿਆਰਿਆਂ ਨੂੰ ਵਡਿਆਈ ਬਖਸ਼ੀ ਗਈ। ਪਾਤਸ਼ਾਹ ਸਮਝਾ ਰਹੇ ਹਨ, ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇ। ਉਹਨਾਂ ਗੁਰਮੁਖਾਂ ਨੂੰ ਆਪਣਾ ਮਨ ਅਤੇ ਤਨ ਦੋਨੋਂ ਭੇਟ ਕਰ ਦਿਓ। ਤਿੰਨਾਂ ਨੂੰ ਜਿਨ ਜਨ ਆਪਣਾ ਪ੍ਰਭੂ ਪਛਾਤਾ, ਜਿਨ੍ਹਾਂ ਨੇ ਆਪਣੇ ਮਾਲਕ ਪ੍ਰਮਾਤਮਾ ਦੀ ਪਛਾਣ ਕਰ ਲਈ। ਇਸ ਕਰਕੇ ਉਹਨਾਂ ਗੁਰਮੁਖਾਂ ਦੀ ਸੰਗਤ ਦਾ ਸਾਨੂੰ ਗੁਰਬਾਣੀ ਦੇ ਅੰਦਰ ਭੇਜ ਦਿੱਤਾ ਗਿਆ, ਜਿਹੜੇ ਆਪ ਇਸ ਮਾਰਗ ਦੇ ਭੇਤੀ ਹੋਣ। ਨਹੀਂ ਤਾਂ ਧਰਮ ਦੇ ਨਾਂ ਤੇ ਪਖੰਡ ਦਾ ਦੌਰ ਹੈ, ਜਿੱਧਰ ਜਾ ਕੇ ਸਾਨੂੰ ਸੋਝੀ ਹੀ ਨਹੀਂ ਆਉਂਦੀ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਪਾਤਸ਼ਾਹ ਸਮਝਾ ਰਹੇ ਆ ਕਿ ਜਿਨ੍ਹਾਂ ਨੇ ਆਪਣੇ ਮਾਲਕ ਦੀ ਪਛਾਣ ਕਰ ਲਈ ਤੇ ਉਹਨਾਂ ਨੂੰ ਕਿੱਡੀ ਵੱਡੀ ਵਡਿਆਈ ਬਖਸ਼ੀ ਹੈ। ਪਾਤਸ਼ਾਹ ਕਹਿੰਦੇ, ਸੋ ਜਨ ਸਰਬ ਥੋਕ ਕਾ ਦਾਤਾ। ਜਿਨ੍ਹਾਂ ਨੇ ਆਪਣੇ ਮਾਲਕ ਪਰਮਾਤਮਾ ਦੀ ਪਛਾਣ ਕਰ ਲਈ, ਉਹਨਾਂ ਨੂੰ ਮਾਲਕ ਨੇ ਫਿਰ ਖਜ਼ਾਨੇ ਦੀ ਕੁੰਜੀ ਸੌਂਪ ਦਿੰਦਾ। ਇੱਥੇ ਬੜੀ ਬਰੀਕੀ ਆ। ਜਦੋਂ ਇਨਸਾਨ ਪਰਮਾਤਮਾ ਦੀ ਭਗਤੀ ਵਾਲੇ ਰਸਤੇ ਤੁਰਦਾ, ਪਹਿਲਾਂ ਮਾਲਕ ਸਾਡੀ ਪਰਖ ਕਰਨ ਵਾਸਤੇ ਥੋੜ੍ਹੀ ਬਹੁਤੀ ਸ਼ਕਤੀ, ਕੋਈ ਕਲਾ ਸਾਨੂੰ ਦਿੰਦਾ ਤੇ ਫਿਰ ਵੇਖਦਾ ਕਿ ਇਹ ਇਸ ਕਲਾ ਦਾ ਠੀਕ ਇਸਤੇਮਾਲ ਕਰਦੇ ਆ ਕਿ ਗਲਤ ਇਸਤੇਮਾਲ ਕਰਦੇ ਆ। ਜਿਸ ਤਰ੍ਹਾਂ ਮਾਂ ਬਾਪ ਦੁਨਿਆਵੀ ਪਹਿਲਾਂ ਆਪਣੇ ਬੱਚੇ ਨੂੰ ਜਦੋਂ ਕੋਈ ਸਮਾਨ ਲੈਣ ਜਾਂਦਾ, ਉਹਨੂੰ ਪੈਸੇ ਗਿਣ ਕੇ ਦਿੱਤੇ ਜਾਂਦੇ ਤੇ ਆਏ ਤੋਂ ਹਿਸਾਬ ਮੰਗਿਆ ਜਾਂਦਾ। ਜਦੋਂ ਪ੍ਰਤੀਤ ਬਣ ਜਾਂਦੀ, ਫਿਰ ਮਾਂ ਬਾਪ ਗਿਣਤੀ ਮਿਣਤੀ ਛੱਡ ਦਿੰਦੇ ਆ। ਜਦੋਂ ਹੋਰ ਪ੍ਰਤੀਤ ਬਣ ਗਈ, ਫਿਰ ਘਰ ਦਾ ਜਿਹੜਾ ਖਜ਼ਾਨਾ ਹੈ ਉਹਦੀ ਕੁੰਜੀ ਉਹਨਾਂ ਨੂੰ ਸੰਭਾਲ ਦਿੰਦੇ ਤੇ ਵੀ ਜੋ ਮਰਜ਼ੀ ਭਾਈ ਵਰਤੋ। ਇਸੇ ਤਰ੍ਹਾਂ ਪ੍ਰਮਾਤਮਾ ਦਾ ਖੇਲ, ਜਦੋਂ ਇਨਸਾਨ ਧਰਮ ਦੇ ਰਸਤੇ ਚੱਲ ਕੇ ਪ੍ਰਮਾਤਮਾ ਦੀ ਭਜਨ ਬੰਦਗੀ ਕਰਨੀ ਸ਼ੁਰੂ ਕਰਦੇ, ਪਹਿਲਾਂ ਉਹ ਥੋੜ੍ਹੀ ਥੋੜ੍ਹੀ ਕਲਾ ਕਿਸੇ ਨੂੰ ਦੇ ਕੇ ਵੇਖਦਾ। ਹੁਣ ਬਹੁਤ ਸਾਰੇ ਜੀਵ ਇਸ ਕਲਾ ਦਾ ਗਲਤ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਆ। ਜਿਵੇਂ ਬਹੁਤ ਸਾਰੀ ਆਪਣੀ ਕਲਾ ਦਾ, ਸ਼ਕਤੀ ਦਾ ਪ੍ਰਦਰਸ਼ਨ ਕਰਦੇ ਆ ਤੇ ਮਾਲਕ ਫਿਰ ਉਹਨਾਂ ਨੂੰ ਹੋਰ ਖਜ਼ਾਨਾ ਵੀ ਨਹੀਂ ਬਖਸ਼ਦਾ ਤੇ ਉਹ ਵੀ ਵਾਪਸ ਲੈ ਲੈਂਦਾ। ਜਿਹੜੇ ਫਿਰ ਮਾਲਕ ਵੱਲੋਂ ਦਿੱਤੀ ਹੋਈ ਇਸ ਦਾਤ ਦਾ ਠੀਕ ਇਸਤੇਮਾਲ ਕਰਦੇ ਆ, ਉਹਨਾਂ ਨੂੰ ਤਾਂ ਪਰਮਾਤਮਾ ਫਿਰ ਥੋਕ ਦੇ ਵਪਾਰੀ ਬਣਾ ਦਿੰਦਾ। ਉਹਨਾਂ ਨੂੰ ਤਾਂ ਆਪਦੇ ਖਜ਼ਾਨੇ ਦੀ ਕੁੰਜੀ ਸੌਂਪ ਦਿੰਦਾ। ਜਦੋਂ ਉਹਨੂੰ ਪ੍ਰਤੀਤ ਬਣ ਗਈ ਕਿ ਇਹ ਕੋਈ ਗਲਤ ਆਪਦੀ ਇਸ ਕਲਾ ਦਾ ਇਸਤੇਮਾਲ ਨਹੀਂ ਕਰਦੇ, ਤਾਂ ਪਾਤਸ਼ਾਹ ਫਿਰ ਐਸੇ ਗੁਰਮੁਖਾਂ ਦੀ ਇੱਥੇ ਵਡਿਆਈ ਕਰ ਰਹੇ ਆ। ਕਹਿੰਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਜਿਨ੍ਹਾਂ ਨੇ ਆਪਣੇ ਮਾਲਕ ਦੀ ਪਛਾਣ ਕਰ ਲਈ, ਉਹਦੇ 'ਚ ਅਭੇਦ ਹੋ ਕੇ ਉਹਦੇ ਹੁਕਮ ਦੇ ਅੰਦਰ ਰਹਿਣਾ ਸ਼ੁਰੂ ਕਰਤਾ। ਸੋ ਜਨ ਸਰਬ ਥੋਕ ਕਾ ਦਾਤਾ। ਉਹ ਫਿਰ ਸਾਰੀਆਂ ਦਾਤਾਂ ਦੇ ਦੇਣ ਦੇ ਸਮਰੱਥ ਹੋ ਜਾਂਦੇ ਆ। ਬਸ ਫਰਕ ਇੰਨਾ ਕੁ, ਉਹ ਪਰਮਾਤਮਾ ਦੇ ਸ਼ਰੀਕ ਨਹੀਂ ਬਣਦੇ। ਉਹ ਜੇ ਕੋਈ ਉਹਨਾਂ ਦੀ ਸੰਗਤ ਦੇ ਅੰਦਰ ਆ ਕੇ ਆਪਣੇ ਕਿਸੇ ਦੁਨਿਆਵੀ ਪਦਾਰਥ ਦੀ ਮੰਗ ਕਰਦਾ ਜਾਂ ਦੁਨਿਆਵੀ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ, ਉਹ ਸਾਨੂੰ ਪਰਮਾਤਮਾ ਦੇ ਭਜਨ ਨਾਲ ਜੋੜ ਦਿੰਦੇ ਆ ਕਿ ਭਾਈ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੀ, ਅਗੰਤ ਭਰੇ ਭੰਡਾਰ।
ਉਹ ਤਾਂ ਫਿਰ ਇਹ ਬਚਨ ਕਰਦੇ ਕਿ ਜੀ ਅਸੀਂ ਤਾਂ ਉਸ ਮਾਲਿਕ ਦੇ ਚਾਕਰ ਹਾਂ, ਨੌਕਰ ਹਾਂ। ਜਿਸ ਤਰ੍ਹਾਂ ਆਪਾਂ ਕਲਗੀਧਰ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ, ਉਹਨਾਂ ਨੇ ਵੀ ਇਹੋ ਸਾਨੂੰ ਸਮਝਾਇਆ ਕਿ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਿ ਮੈਂ ਤਾਂ ਆਪ ਉਸ ਪਰਮ ਪੁਰਖ ਦਾ, ਪਿਤਾ ਪਰਮਾਤਮਾ ਦਾ ਦਾਸ ਹਾਂ ਤੇ ਅੱਜ ਜਗਤ ਦਾ ਤਮਾਸ਼ਾ ਵੇਖਣ ਆਇਆ। ਸਾਰੀ ਸ਼ਕਤੀ ਹੋਣ ਦੇ ਬਾਵਜੂਦ ਵੀ ਆਪਣੇ ਜੀਵਨ ਕਾਲ ਦੌਰਾਨ ਇੱਕ ਵੀ ਜਗ੍ਹਾ ਉਹਨਾਂ ਨੇ ਆਪਣੇ ਆਪ ਨੂੰ ਜਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇੱਕ ਵਾਰ ਤਾਂ ਐਸਾ ਵੀ ਆਪਾਂ ਉਹਨਾਂ ਦਾ ਵੇਖਿਆ, ਚਾਰ ਸਾਹਿਬਜ਼ਾਦੇ ਜਿਹੜੀ ਫਿਲਮ ਬਣੀ ਆ, ਉਹਦੇ ਅੰਦਰ ਬੜਾ ਇੱਕ ਵਧੀਆ ਸੀਨ ਆਪਾਂ ਨੂੰ ਦਿਖਾਇਆ ਗਿਆ। ਜਦੋਂ ਪਿੰਦੇ ਖਾਨ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਆ ਕੇ ਵੰਗਾਰਿਆ ਮੈਦਾਨੇ ਜੰਗ ਦੇ ਅੰਦਰ, ਕਿਉਂਕਿ ਉਹ ਵੀ ਬੜਾ ਸੂਰਵੀਰ ਯੋਧਾ ਸੀ, ਉਹਨੂੰ ਵੀ ਆਪਣੀ ਬਹਾਦਰੀ ਤੇ ਆਪਣੀ ਯੁੱਧ ਕਲਾ ਤੇ ਬੜਾ ਮਾਣ ਸੀ। ਉਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਵੰਗਾਰ ਪਾਈ ਮੈਦਾਨੇ ਜੰਗ ਦੇ ਅੰਦਰ ਕਿ ਇਹ ਗੁਰੂ ਗੋਬਿੰਦ ਸਿੰਘ, ਜੇ ਤੂੰ ਆਪਦੇ ਆਪ ਨੂੰ ਬਹੁਤ ਬਹਾਦਰ, ਯੁੱਧ ਕਲਾ ਸੰਪੂਰਨ ਕਹਾਉਣਾ ਤਾਂ ਆਪਾਂ ਆਪਣੀਆਂ ਫੌਜਾਂ ਨਾ ਮਰਵਾਈਏ, ਕਿਉਂ ਨਾ ਆਪਾਂ ਦੋਨੋਂ ਆਪਸ ਦੇ ਵਿੱਚ ਵੀ ਮੁਕਾਬਲਾ ਕਰੀਏ ਤੇ ਜਿੱਤ ਹਾਰ ਦਾ ਫੈਸਲਾ ਹੋ ਜਾਏਗਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹਨਾਂ ਦੇ ਇਸ ਵੰਗਾਰ ਦਾ ਜਵਾਬ ਦਿੱਤਾ ਕਿ ਪਿੰਦੇ ਖਾਨ ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ। ਮੈਦਾਨੇ ਜੰਗ ਦੇ ਅੰਦਰ ਆਏ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਦੂਸਰੇ ਪਾਸੇ ਪਿੰਦੇ ਖਾਨ। ਤੇ ਪਿੰਦੇ ਖਾਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਕਿ ਤੁਸੀਂ ਪਹਿਲਾਂ ਮੇਰੇ ਤੇ ਵਾਰ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਬਚਨ ਕਰਤੇ ਕਿ ਗੁਰੂ ਨਾਨਕ ਦੇ ਘਰ ਨੇ ਇਹ ਸਿਖਾਇਆ ਨਹੀਂ ਹੈ ਕਿ ਪਹਿਲਾਂ ਕਿਸੇ ਤੇ ਵਾਰ ਕੀਤਾ ਜਾਵੇ। ਤੁਸੀਂ ਸਾਡੇ ਤੇ ਚੜ੍ਹਾਈ ਕਰਕੇ ਆਏ ਹੋ, ਤੁਹਾਨੂੰ ਇੱਕ ਨਹੀਂ 3 ਵਾਰ ਕਰਨ ਦਾ ਅਧਿਕਾਰ ਹੈ, ਤੁਸੀਂ ਕਰੋ। ਉਹਨੇ ਬੜੇ ਫਰਤੀਲੇ ਢੰਗ ਦੇ ਨਾਲ 3 ਤੀਰ ਪਾਤਸ਼ਾਹ ਵੱਲ ਛੱਡੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 3 ਵਾਰ ਉਹਨਾਂ ਦੇ ਨਾਕਾਮ ਕਰਤੇ। ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਦੋਂ ਵਾਰੀ ਆਈ ਤਾਂ ਉਹਦੇ ਸਾਰੇ ਸਰੀਰ ਦੇ ਉੱਪਰ ਲੋਹੇ ਦਾ ਸੰਜੋਰ ਟੋਪ ਚਾੜੀ ਹੋਈ ਸੀ, ਸਿਰਫ ਕੰਨ ਨੰਗੇ ਸੀ, ਉੱਥੇ ਵੀ ਉਹਨੇ ਜਾਲੀ ਕੀਤੀ ਲੋਹੇ ਦੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਮਾਨ ਦੇ ਉੱਪਰ ਤੀਰ ਚੜਾਇਆ ਤੇ ਉੱਥੇ ਬਚਨ ਬੋਲੇ, ਉਸ ਨਿਰੰਕਾਰ ਪਰਮਾਤਮਾ ਦੇ ਸਨਮੁਖ ਹੋ ਕੇ ਕਿ ਇਹ ਅਕਾਲ ਪੁਰਖ ਪਰਮਾਤਮਾ, ਇਸ ਗੱਲ ਦਾ ਤਾਂ ਮੈਨੂੰ ਗਿਆਨ ਆ ਕਿ ਹਰ ਮੈਂ ਨਰ ਹੈ, ਨਰ ਮੈਂ ਹਰ ਹੈ, ਕਿ ਸਾਰੇ ਆ ਇਨਸਾਨ ਤੇਰੀ ਦੇਹ ਦੇ ਅੰਦਰ ਨੇ, ਤੇਰੇ ਪੈਦਾ ਕੀਤੇ ਹੋਏ ਆ ਤੇ ਸਾਰਿਆਂ ਦੇ ਅੰਦਰ ਤੂੰ ਆਪ ਬੈਠਾ। ਇਹ ਜਿੰਨਾ ਵੀ ਸੰਸਾਰ ਹੈ ਤੇਰਾ ਸਰਗੁਣ ਸਰੂਪ ਆ। ਮੇਰਾ ਤੀਰ ਹੁਣ ਤੇਰੇ ਸਰਗੁਣ ਸਰੂਪ ਤੇ ਨਹੀਂ ਚੱਲ ਰਿਹਾ, ਮੇਰਾ ਇਹ ਜਿਹੜਾ ਬਾਣ ਮੇਰੇ ਸਾਹਮਣੇ ਇੱਕ ਅਹੰਕਾਰ ਖੜਾ ਬੋਲ ਰਿਹਾ, ਉਸ ਅਹੰਕਾਰ ਦੇ ਉੱਪਰ ਤੀਰ ਚੱਲੇਗਾ। ਤੇ ਪਾਤਸ਼ਾਹ ਨੇ ਓਟ ਲੈ ਕੇ ਐਸਾ ਬਾਣ ਚਲਾਇਆ, ਉਸ ਪੈਂਦੇ ਥਾਂ ਦੇ ਕੰਨ ਦੇ ਅੰਦਰ ਦੀ ਦੂਸਰੇ ਪਾਸੇ ਲੰਘਾ ਕੇ ਉਹਦਾ ਅਗਲੇ ਜਹਾਨ ਉਹਨੂੰ ਤੋਰਿਆ। ਕਹਿਣ ਤੋਂ ਭਾਵ ਏਡੀ ਉੱਚੀ ਅਵਸਥਾ ਗੁਰੂ ਪਦਵੀ ਤੇ ਹੋਣ, ਸਤਿਗੁਰ ਦਾ ਖਿਤਾਬ ਹੈ, ਫਿਰ ਵੀ ਉਸ ਨਿਰੰਕਾਰ ਅੱਗੇ ਮੈਦਾਨੇ ਜੰਗ ਦੇ ਅੰਦਰ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਪਾਤਸ਼ਾਹ ਮੈਂ ਤੇਰੇ ਸਰਗੁਣ ਸਰੂਪ ਤੇ ਨਹੀਂ ਵਾਰ ਕਰ ਰਿਹਾ, ਮੇਰੇ ਸਾਹਮਣੇ ਇੱਕ ਅਹੰਕਾਰ ਬੋਲ ਰਿਹਾ। ਕਹਿਣ ਤੋਂ ਭਾਵ ਗੁਰੂ ਨਾਨਕ ਦੇ ਘਰ ਦਾ ਜਿਹੜਾ ਖੇਲ ਆ ਬੜਾ ਬਰੀਕੀ ਵਾਲਾ। ਜਦੋਂ ਫਿਰ ਪਰਮਾਤਮਾ ਨੂੰ ਵਿਸ਼ਵਾਸ ਹੋ ਜਾਂਦਾ ਕਿ ਇਹ ਜਿਹੜੇ ਮੇਰੇ ਗੁਰਮੁਖ ਜਨ ਨੇ, ਭਗਤ ਜਨ ਨੇ, ਜਿਨ੍ਹਾਂ ਨੂੰ ਗੁਰਬਾਣੀ ਇੱਥੋਂ ਤੱਕ ਪਾਤਸ਼ਾਹ ਨੇ ਸਮਝਾਤਾ, ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ,
ਸਮਾਹੇ। ਆਪਣਾ ਰੂਪ ਹੀ ਬਖਸ਼ਿਸ਼ ਕੀਤਾ ਤੇ ਉਹਨਾਂ ਦੀ ਵਡਿਆਈ ਕੀਤੀ ਜਾ ਰਹੀ ਹੈ। ਕਹਿੰਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਉਹ ਫਿਰ ਸਾਰੀਆਂ ਦਾਤਾਂ ਦੇ ਥੋਕ ਦੇ ਅੰਦਰ, ਜਿਵੇਂ ਆਪਾਂ ਦੁਨੀਆ 'ਚ ਭਾਸ਼ਾ ਵਰਤਦੇ ਹਾਂ, ਪ੍ਰਚੂਨ ਦੇ ਵਪਾਰੀ, ਥੋਕ ਦੇ ਵਪਾਰੀ, ਮਾਲਕ ਆਪਣੇ ਗੁਰਮੁਖ ਜਨਾਂ ਨੂੰ ਫਿਰ ਥੋਕ ਦੇ ਦਾਤੇ ਬਣਾ ਦਿੰਦੇ ਆ। ਤੇ ਮਹਾਰਾਜ ਅੱਗੇ ਵਡਿਆਈ ਕਰ ਰਹੇ ਆ, ਕਹਿੰਦੇ ਤਿਸ ਕੀ ਸ਼ਰਨ ਸਰਬ ਸੁਖ ਪਾਵਹਿ। ਜਿਹੜੇ ਜੀ ਫਿਰ ਉਹਨਾਂ ਗੁਰਮੁਖ ਜਨਾਂ ਦੀ ਸੰਗਤ ਦੇ ਅੰਦਰ ਜਾਂਦੇ ਆ, ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਜਿਹੜੇ ਗੁਰਮੁਖ ਲੋਕ ਆ, ਸਾਨੂੰ ਉਸ ਖਜ਼ਾਨੇ ਨਾਲ ਜੋੜਦੇ ਆ ਜਿਹਦੇ ਸਾਰਾ ਕੁਝ ਮਤਹਿਤ ਹੈ। ਪਾਤਸ਼ਾਹ ਦੀ ਬਾਣੀ ਦੇ ਅੰਦਰ ਆਪਾਂ ਨੂੰ ਸਮਝਾਇਆ ਗਿਆ ਕਿ ਨਿਰੰਕਾਰ ਪਰਮਾਤਮਾ ਜੋ ਆਪਣਾ ਮਾਲਕ ਹੈ, ਉਹਨੇ ਦੋ ਚੀਜ਼ਾਂ ਆਪਣੇ ਹੱਥ ਦੇ ਅੰਦਰ ਰੱਖੀਆਂ। ਇੱਕ ਆਪਉਣ ਸਵਾਸ ਜਿਹਦੇ ਨਾਲ ਆਪਾਂ ਜੀਵਤ ਹਾਂ, ਤੇ ਦੂਸਰਾ ਨਾਮ ਦਾ ਖਜ਼ਾਨਾ। ਬਾਕੀ ਜਿੰਨੇ ਖਜ਼ਾਨੇ ਨੇ ਉਹਨੇ ਕਾਲ ਦੇ ਵਸ ਕੀਤੇ ਹੋਏ ਆ। ਖੰਡ ਪਤਾਲ ਦੀਪ ਸਭ ਲੋਆ, ਸਭ ਕਾਲੇ ਵਸ ਆਪ ਪ੍ਰਭ ਕੀ ਹੈ। ਤੇ ਜਦੋਂ ਫਿਰ ਕੋਈ ਇਨਸਾਨ ਉਸ ਅਕਾਲ ਪੁਰਖ ਪਰਮਾਤਮਾ ਦੀ ਨਜ਼ਰਾਂ ਦੇ ਅੰਦਰ ਅੱਛਾ ਬਣ ਜਾਂਦਾ, ਫਿਰ ਉਹਨਾਂ ਨੂੰ ਸਾਰਿਆਂ ਖਜ਼ਾਨਿਆਂ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਜਿਹੜੇ ਗੁਰਮੁਖ ਲੋਕ ਆ, ਉਹ ਫਿਰ ਸਾਨੂੰ ਉਸ ਮਾਲਿਕ ਦੀ ਬੰਦਗੀ ਦੇ ਨਾਲ ਜੋੜਦੇ, ਸਾਨੂੰ ਇਹ ਸਮਝਾ ਦਿੰਦੇ ਕਿ ਭਾਈ, ਜਿਵੇਂ ਇੱਕ ਦੁਨਿਆਵੀ ਕਹਾਵਤ ਆ ਕਿ ਹਾਥੀ ਦੀ ਪੈੜ ਦੇ ਅੰਦਰ ਸਾਰਾ ਕੁਝ ਆ ਜਾਂਦਾ, ਇਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ਰ ਦੀ ਬੰਦਗੀ ਕਰਨੀ ਸ਼ੁਰੂ ਕਰਦੇ ਹਾਂ, ਮਾਲਿਕ ਦੀ ਸਾਡੇ ਤੇ ਨਜ਼ਰ ਹੁੰਦੀ ਆ, ਫਿਰ ਜੋ ਵੀ ਸਾਨੂੰ ਦਾਤਾਂ ਚਾਹੀਦੀਆਂ ਨੇ, ਚਾਹੇ ਉਹ ਸੰਸਾਰ ਨਾਲ ਸੰਬੰਧ ਤੇ ਚਾਹੇ ਪਰਮਾਤਮਾ ਦੇ ਦਰਬਾਰ 'ਚ ਜਿਹੜੀ ਵਸਤੂ ਪ੍ਰਵਾਨ ਪਰਮੇਸ਼ਰ ਦਾ ਨਾਮ, ਉਹ ਸਾਨੂੰ ਮਾਲਕ ਦਿੰਦਾ। ਆਪਾਂ ਪੜ੍ਹਦੇ ਹਾਂ ਗੁਰਬਾਣੀ 'ਚ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਊਹਾਂ ਸੱਚ ਹੋਵੇ। ਕਿਉਂਕਿ ਉਹ ਗੁਰਮੁਖ ਲੋਕ ਨੇ ਜਿਹੜੇ, ਉਹ ਸਾਨੂੰ ਪਾਤਸ਼ਾਹ ਦੀ ਬੰਦਗੀ ਕਰਨ ਲਾਉਂਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਭਾਈ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਤੁਹਾਡੀ ਖਾਤਰ ਪਾਠ ਵੀ ਅਸੀਂ ਕਰ ਦਿਆਂਗੇ, ਤੁਹਾਡੀ ਖਾਤਰ ਬੰਦਗੀ ਵੀ ਅਸੀਂ ਕਰ ਦਿਆਂਗੇ, ਅਸੀਂ ਪਰਮਾਤਮਾ ਤੋਂ ਤੁਹਾਨੂੰ ਆਹ ਦਵਾ ਦਿਆਂਗੇ। ਸਿਰਫ ਸਾਨੂੰ ਆਰਥਿਕ ਪੱਖ ਤੋਂ ਲੁੱਟਣ ਵਾਸਤੇ ਇਹ ਡਰਾਮਾ ਕੀਤਾ ਜਾਂਦਾ। ਜਿਹੜੇ ਪ੍ਰਭੂ ਦੇ ਪਿਆਰੇ ਆ, ਉਹ ਫਿਰ ਸਾਨੂੰ ਮਾਲਿਕ ਦੀ ਭਗਤੀ ਦੇ ਨਾਲ ਜੋੜਦੇ ਆ ਕਿ ਭਾਈ ਦੱਦਾ ਤਾਂ ਦਾਤਾ ਤਾਂ ਇੱਕੋ ਹੀ ਆ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵੀ, ਅਗਣਤ ਭਰੇ ਭੰਡਾਰ। ਪਰ ਵਿਧੀ ਵਿਧਾਨ ਕੋਈ ਐਸਾ ਬਣ ਜਾਂਦਾ ਕਿ ਜਦੋਂ ਅਸੀਂ ਪ੍ਰਮਾਤਮਾ ਦੇ ਪਿਆਰਿਆਂ ਦੀ ਸੰਗਤ ਕਰਦੇ, ਜਦੋਂ ਉਹਨਾਂ ਦੇ ਜਿਹੜੇ ਕਮਾਏ ਹੋਏ ਵਚਨ ਉਹਨਾਂ ਨੂੰ ਅਸੀਂ ਮੰਨਦੇ ਹਾਂ, ਜਿਨ੍ਹਾਂ ਨੂੰ ਉੱਤਮ ਸ਼ਲੋਕ ਬਾਣੀ 'ਚ ਕਿਹਾ, ਉੱਤਮ ਸ਼ਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ। ਤੇ ਮਹਾਰਾਜ ਨੇ ਇਹ ਵੀ ਸਾਨੂੰ ਗਿਆਨ ਦਿੱਤਾ ਕਿ ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਤੇ ਉਹ ਫਿਰ ਸਾਨੂੰ ਇੱਕ ਸੇਵਾ ਦੇ ਅੰਦਰ ਲਾਉਂਦੇ ਆ, ਜਿਹੜੀ ਸੇਵਾ ਮਹਾਰਾਜ ਗੁਰਬਾਣੀ ਸਮਝਾਉਂਦੇ ਨੇ, ਸੰਤ ਕੀ ਸੇਵਾ ਨਾਮ ਧਿਆਈ ਹੈ। ਜਦੋਂ ਅਸੀਂ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰ ਦਿੰਦੇ ਹਾਂ, ਮਾਲਕ ਫਿਰ ਸਾਡੇ ਤੇ ਦਇਆ ਕਰਦਾ, ਸਾਡੇ ਤੇ ਤਰਸ ਕਰਦਾ। ਜੋ ਵੀ ਸਾਡੇ ਮਨ ਦੀ ਇੱਛਾ ਹੁੰਦੀ ਆ, ਉਹਨੂੰ ਪੂਰੀ ਕਰ ਦਿੰਦਾ ਹੈ। ਇਸੇ ਤਰ੍ਹਾਂ ਮਹਾਰਾਜ ਸਮਝਾ ਰਹੇ ਆ, ਜਿਨ ਜਨ ਆਪਣਾ ਪ੍ਰਭੂ ਪਛਾਤਾ। ਪਰਮਾਤਮਾ ਦਾ ਭਜਨ ਕਰਦਿਆਂ ਕਰਦਿਆਂ ਮਹਾਰਾਜ ਕਹਿੰਦੇ, ਜਿਹੜੇ ਇਨਸਾਨ ਨੂੰ ਪਰਮਾਤਮਾ ਨੇ ਆਪ ਦੀ ਪਛਾਣ ਕਰਾਤੀ, ਤੇ ਉਹਨੂੰ ਤਾਂ ਮੰਗਣ ਦੀ ਲੋੜ ਤਾਂ ਕੀ, ਉਹ ਤਾਂ ਸਾਰੇ ਖਜ਼ਾਨਿਆਂ ਦਾ ਦਾਤਾ ਬਣਾਉਣ ਦਾ ਪਰਮਾਤਮਾ ਉਹਨਾਂ ਨੂੰ।
ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰਸ ਸਭ ਪਾਪ ਮਿਟਾਵੈ। ਐਸੇ ਗੁਰਮੁਖ ਜਨਾਂ ਦੀ ਸ਼ਰਨ ਦੇ ਅੰਦਰ ਜਾਣ ਦੇ ਨਾਲ, ਸੰਗਤ ਕਰਨ ਦੇ ਨਾਲ ਇਨਸਾਨ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਉਹ ਸਾਨੂੰ ਸੁੱਖਾਂ ਦੇ ਦਾਤੇ ਨਾਲ ਜੋੜਦੇ ਆ। ਤੇ ਮਹਾਰਾਜ ਸਮਝਾ ਰਹੇ ਆ, ਤਿਸ ਕੈ ਦਰਸ ਸਭ ਪਾਪ ਮਿਟਾਵੇ। ਕਿੱਡਾ ਵੱਡਾ ਪਾਤਸ਼ਾਹ ਨੇ ਵਡਿਆਈ ਬਖਸ਼ੀ ਆ ਆਪਦੇ ਗੁਰਮੁਖ ਜਨਾਂ ਨੂੰ, ਕਿ ਜਦੋਂ ਅਸੀਂ ਉਹਨਾਂ ਦੇ ਦਰਸ਼ਨ ਕਰਦੇ ਆ, ਇੱਕ ਵਾਰ ਸਾਡੇ ਪਾਪ ਖੰਡੇ ਜਾਂਦੇ ਆ। ਗੁਰਬਾਣੀ ਪਾਤਸ਼ਾਹ ਦੀ ਸਾਨੂੰ ਸਮਝਾ ਰਹੀ ਹੈ, ਜੋ ਮਿਲਿਆ ਹਰ ਦੀਵਾਨ ਸਿਉ, ਸੋ ਸਭਨੀ ਦੀ ਬਾਣੀ ਮਿਲਿਆ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕੇ ਮੂੰਹ ਡਿੱਠੇ ਸਭ ਪਾਪੀ ਤਰਿਆ। ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮੋਂ ਪਰਵਰਿਆ। ਜਿਹੜੇ ਪ੍ਰਮਾਤਮਾ ਦੇ ਪਿਆਰੇ ਭਗਤ ਆ, ਉਹਨਾਂ ਦੇ ਤਾਂ ਪਾਤਸ਼ਾਹ ਕਹਿੰਦੇ ਦਰਸ਼ਨ ਕਰਕੇ ਜੋ ਮਿਲਿਆ ਹਰ ਦੀਵਾਨ ਸਿਓ, ਸਭੋ ਸੋ ਸਭਨੀ ਦੀ ਬਾਣੀ ਮਿਲਿਆ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕੇ ਮੂੰਹ ਡਿੱਠੇ ਸਭ ਪਾਪੀ ਧਰਿਆ। ਉਹਨਾਂ ਦਾ ਮੁਖ ਦੇਖ ਕੇ ਤਾਂ ਮਹਾਰਾਜ ਕਹਿੰਦੇ ਵੱਡੇ ਵੱਡੇ ਪਾਪੀਆਂ ਦਾ ਵੀ ਉਧਾਰ ਹੋ ਜਾਂਦਾ। ਕਿਉਂ? ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮੋ ਪਰਵਰਿਆ। ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਹੈ, ਉਹਨਾਂ ਦੇ ਦਰਸ਼ ਕਰਕੇ ਆਪਣੇ ਵਰਗੇ ਜੀਵਾਂ ਦਾ ਉਧਾਰ ਦੱਸ ਰਹੀ ਹੈ ਗੁਰਬਾਣੀ। ਇਸੇ ਕਰਕੇ ਗੁਰੂ ਪਿਆਰੀ ਸਾਧ ਸੰਗਤ ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ, ਤੇਰਾ ਨਾਮ ਚਿਤ ਆਵੇ। ਕਿਤੇ ਭਗਤ ਫਰੀਦ ਜੀ, ਜਿਨ੍ਹਾਂ ਦੀ ਮਾਤਾ ਨੇ ਬਚਪਨ ਦੇ ਅੰਦਰ ਉਹਨਾਂ ਨੂੰ ਇਹ ਆਵਾਜ਼ ਦਿੱਤੀ, ਇਹ ਸ਼ਲੋਕ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਨਹੀਂ ਹੈ, ਬਾਹਰ ਜੋ ਫਰੀਦ ਸਾਹਿਬ ਦੀ ਹੋਰ ਬਾਣੀ ਆ ਉਹਦੇ ਅੰਦਰ ਹੈ। ਫਰੀਦ ਜੀ ਸੁੱਤੇ ਪਏ, ਉਹਨੇ ਬਾਂਹ ਫੜ ਕੇ, ਜਿਵੇਂ ਆਮ ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਉਠਾਉਂਦੀਆਂ, ਉਹ ਕਹਿੰਦੀ ਫਰੀਦਾ ਉੱਠ। ਉਹ ਕਹਿੰਦਾ ਮਾਤਾ ਕੀ ਕਰਨਾ ਉੱਠ ਕੇ? ਉਹ ਕਹਿੰਦੀ ਆ ਦੁਨੀਆ ਵੇਖ ਕੇ ਆ। ਉਹ ਕਹਿੰਦਾ ਹਰ ਰੋਜ਼ ਹੀ ਵੇਖੀ ਦੀ ਆ, ਉਹੋ ਜਿਹੀ ਹੋਈ ਆ ਦੁਨੀਆ ਜਿਹੋ ਜਿਹੀ ਦੇਖਦੇ ਆ ਹਰ ਰੋਜ਼। ਉਹਨੇ ਫਿਰ ਆਵਾਜ਼ ਦੇ ਕੇ ਜੋ ਬਚਨ ਬੋਲੇ, ਉਹ ਭਗਤ ਫਰੀਦ ਜੀ ਨੇ ਆਪਣੇ ਬਚਨਾਂ ਰਾਹੀਂ ਫਿਰ ਰਚਨਾ ਕੀਤੀ ਉਹਨਾਂ ਦੀ। ਕਹਿੰਦੇ ਸਾਡੀ ਮਾਤਾ ਬੋਲੀ ਕਿ ਉੱਠ ਫਰੀਦਾ ਸੁੱਤਿਆ, ਆ ਦੁਨੀਆ ਦੇਖਣ ਜਾ। ਜੇ ਕੋਈ ਮਿਲ ਜੇ ਰੱਬ ਦਾ ਬਖਸ਼ਿਆ, ਤੂੰ ਵੀ ਬਖਸ਼ਿਆ ਜਾ। ਕਿ ਜੇ ਤੈਨੂੰ ਕੋਈ ਪ੍ਰਮਾਤਮਾ ਦਾ ਬਖਸ਼ਿਆ ਹੋਇਆ ਇਨਸਾਨ ਮਿਲ ਜੇ ਤਾਂ ਤੇਰਾ ਵੀ ਭਲਾ ਹੋ ਸਕਦਾ। ਫੇਰ ਫਰੀਦ ਸਾਹਿਬ ਜੀ ਚੱਲ ਕੇ ਗਏ ਆਪਣੇ ਅਜਮੇਰ ਦੀ ਧਰਤੀ ਤੇ, ਜਿੱਥੇ ਫਿਰ ਉਹਨਾਂ ਨੂੰ ਸੋਝੀ ਆਈ। ਨਹੀਂ, ਉਹਨਾਂ ਨੇ ਪਹਿਲਾਂ ਬਹੁਤ ਕਰਮ ਕੀਤੇ ਜਿਹੜੇ ਕਠਿਨ ਕਰਮ, ਪਰ ਪ੍ਰਭੂ ਦੀ ਪ੍ਰਾਪਤੀ ਨਾ ਹੋਈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਦੀ ਬਾਣੀ ਆਪਾਂ ਨੂੰ ਸਮਝਾ ਰਹੀ ਹੈ ਕਿ ਜਿਹੜੇ ਪ੍ਰਮਾਤਮਾ ਦੇ ਇਨਸਾਨ ਭਗਤ ਨੇ, ਹਰੀ ਦੇ ਜਨ ਨੇ, ਉਹਨਾਂ ਨੂੰ ਮਿਲ ਕੇ ਇੱਕ ਪਰਖ ਹੋ ਜਾਂਦੀ ਹੈ। ਜਿਸ ਮਿਲਿਆ ਮਨ ਹੋਏ ਆਨੰਦ ਤੇ ਸਤਿਗੁਰ ਕਹੀ ਹੈ। ਜਿਨ੍ਹਾਂ ਨੂੰ ਮਿਲ ਕੇ ਸਾਡੇ ਮਨ ਨੂੰ ਸ਼ਾਂਤੀ ਆਵੇ, ਉਹਨਾਂ ਨੂੰ ਸਤਿਗੁਰ ਦਾ ਖਿਤਾਬ ਦਿੱਤਾ ਗਿਆ ਗੁਰਬਾਣੀ 'ਚ। ਇਸੇ ਤਰ੍ਹਾਂ ਜਦੋਂ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਉਂਦੇ, ਇੱਥੇ ਪਾਤਸ਼ਾਹ ਦੇ ਬਚਨ ਪੜ੍ਹਦੇ, ਸੁਣਦੇ, ਵਿਚਾਰਦੇ, ਸਾਡੇ ਮਨ ਨੂੰ ਇੱਕ ਵੱਖਰਾ ਆਨੰਦ ਮਹਿਸੂਸ ਹੁੰਦਾ ਜੇ ਸੋਝੀ ਹੋਵੇ। ਇਸੇ ਕਰਕੇ ਇਹ ਭਟਕਣਾ ਸੰਸਾਰ ਦੇ ਅੰਦਰ ਲੋਕਾਂ ਨੂੰ ਲੱਗੀ ਵੀ ਆ। ਉਹ ਦਰ ਦਰ ਦੇ ਭੱਜੇ ਤਾਂ ਫਿਰਦੇ ਆ, ਪਰ ਗੁਰੂ ਦੇ ਬਚਨ ਮੰਨਣ ਤੋਂ ਦੂਰੀ ਬਣਾਈ ਹੋਈ ਹੈ। ਹੁਣ ਸਤਿਗੁਰੂ ਪਾਤਸ਼ਾਹ ਗੁਰੂ ਤਾਂ ਬਹੁਤ ਵੱਡੀ ਸ਼ਕਤੀ ਹੈ, ਤੇ ਇੱਕ ਗੁਰਮੁਖ ਜਨਾਂ ਦੀ ਕਿੱਡੀ ਵੱਡੀ ਵਡਿਆਈ ਸਾਨੂੰ ਦੱਸ ਰਹੇ ਆ। ਕਹਿੰਦੇ
ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰਸ ਸਭ ਆਪ ਮਿਟਾਵੇ। ਜਿੱਥੇ ਅਸੀਂ ਪੜ੍ਹਦੇ ਹਾਂ ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਉੱਥੇ ਪਾਤਸ਼ਾਹ ਅੱਜ ਪਾਵਨ ਬਚਨਾਂ ਦੁਆਰਾ ਆਪਦੇ ਪਿਆਰਿਆਂ ਦੀ ਵਡਿਆਈ ਕਰ ਰਹੇ ਆ। ਕਹਿੰਦੇ ਉਹਨਾਂ ਦੇ ਦਰਸ਼ ਕਰਕੇ ਇੱਕ ਵਾਰ ਸਾਡੇ ਪਾਪ ਕਰਮ ਨੇ ਜਿਹੜੇ ਉਹ ਖਤਮ ਹੋ ਜਾਂਦੇ ਆ। ਪਾਤਸ਼ਾਹ ਅੱਗੇ ਸਮਝਾ ਰਹੇ ਆ, ਕਹਿੰਦੇ ਅਵਰ ਸਿਆਣਪ ਸਗਲੀ ਛਾੜ, ਤਿਹ ਜਨ ਕੀ ਧੋ ਸੇਵਾ ਲਾਗ। ਕਹਿੰਦੇ ਹੁਣ ਫਿਰ ਆਪਦੀਆਂ ਸਿਆਣਪਾਂ ਛੱਡ ਦੇ। ਇਨਸਾਨ ਦੀ ਤਰਾਸਦੀ ਇਹੀ ਆ ਕਿ ਉਹ ਆਪਦੀ ਸਿਆਣਪ ਨਹੀਂ ਛੱਡਦਾ। ਪਾਤਸ਼ਾਹ ਦੀ ਬਾਣੀ ਸਾਨੂੰ ਬਾਰ-ਬਾਰ ਸਮਝਾ ਰਹੀ ਹੈ। ਪੰਜ ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਨ ਵਾਲੇ ਇਨਸਾਨ ਮਿਲ ਜਾਂਦੇ ਆ। ਉਹ ਪੜ੍ਹਦੇ ਆ 5 ਵਾਰ ਰੋਜ਼ ਕਿ ਤਜਹੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਪਰ ਉਹ ਪ੍ਰਮਾਤਮਾ ਦਾ ਭਜਨ ਨਹੀਂ ਕਰਦੇ, ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦੇ, ਆਪਣੇ ਆਪ ਦੀ ਸਿਆਣਪ ਨਹੀਂ ਛੱਡਦੇ, ਸਗੋਂ ਬਹੁਤੀ ਜਿਹੜੀ ਸਿਆਣਪ ਆ ਉਹ ਜਮਾਂ ਦਾ ਭਉ ਬਣ ਜਾਂਦੀ ਹੈ। ਸੰਸਾਰ ਦੇ ਅੰਦਰ ਆਪਾਂ ਵੇਖਦੇ ਹਾਂ ਜਿਹੜੇ ਇਨਸਾਨ ਨੂੰ ਆਪਣੀ ਸਿਆਣਪ ਦਾ ਬਹੁਤਾ ਅਹੰਕਾਰ ਆ ਉਹ ਵੱਧ ਦੁਖੀ ਰਹਿੰਦਾ, ਕਿਉਂਕਿ ਉਹ ਹਰ ਸਮੇਂ ਇਹ ਕਹਿੰਦਾ ਕਿ ਮੇਰੇ ਵਰਗਾ ਕੌਣ ਸਿਆਣਾ ਜੀ। ਇਸੇ ਤਰ੍ਹਾਂ ਸੰਸਾਰ 'ਚ ਦੁੱਖ ਭੋਗਦਾ ਤੇ ਫਿਰ ਧਰਮ ਦੇ ਰਸਤੇ ਚੱਲ ਕੇ ਜਿਹੜੀ ਇਨਸਾਨਾਂ 'ਚ ਇਹ ਹੰਕਾਰ ਆ ਕਿ ਮੇਰੇ ਵਰਗਾ ਕੋਈ ਸਿਆਣਾ ਨਹੀਂ, ਤੇ ਉਹ ਫਿਰ ਆਪਦੀ ਸਿਆਣਪ ਦੇ ਅੰਦਰ ਹੀ ਦੁਖੀ ਹੋਏ ਰਹਿੰਦੇ ਆ। ਤੇ ਪਾਤਸ਼ਾਹ ਗੁਰੂ ਨਾਨਕ ਦਾ ਘਰ ਸਾਨੂੰ ਇਹ ਸਮਝਾ ਰਿਹਾ ਕਿ ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਧੋ ਸੇਵਾ ਲਾਗ। ਪਰਮਾਤਮਾ ਦੇ ਜਨਾਂ ਦੀ ਸੇਵਾ 'ਚ ਜਾਇਆ ਕਰ, ਕਿਉਂ ਉੱਥੇ ਜਾ ਕੇ ਤੈਨੂੰ ਇੱਕ ਸੋਝੀ ਮਿਲੂਗੀ। ਆਪਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਕਹਿੰਦੇ ਸਿਆਣਪ ਤੇਰੀ ਉਹ ਚੰਗੀ ਆ ਜਿਹੜੀ ਸਿਆਣਪ ਤੇ ਚੱਲ ਕੇ ਤੂੰ ਆਪਣਾ ਜਨਮ ਔਰ ਮਰਨ ਦਾ ਚੱਕਰ ਸਮਾਪਤ ਕਰ ਲਵੇਂ, ਤੇਰਾ ਆਵਾਗਮਨ ਦਾ ਚੱਕਰ ਸਮਾਪਤ ਹੋ ਜੇ। ਜੇ ਤੇਥੋਂ ਇਹ ਨਹੀਂ ਹੋਇਆ ਤਾਂ ਤੇਰੀ ਸਿਆਣਪ ਕਿਸੇ ਕੰਮ ਦੀ ਨਹੀਂ ਹੈ, ਤੂੰ ਤਾਂ ਕਮਲਾ ਹੀ ਰਹਿ ਜਾਏਗਾ। ਕਿਉਂਕਿ ਜਿਹੜੀ ਵਸਤੂ ਤੋਂ ਬਗੈਰ ਸਾਰਾ ਸੰਸਾਰ ਕਮਲਾ ਹੋਇਆ ਫਿਰਦਾ, ਬਿਨ ਨਾਵੇ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਹੁਣ ਜਿਹੜੇ ਪਰਿਵਾਰ 'ਚ ਇੱਕ ਅੱਧੇ ਮੈਂਬਰ ਦਾ ਦਿਮਾਗ ਦਾ ਸੰਤੁਲਨ ਖਰਾਬ ਹੋ ਜੇ, ਉਹ ਪਰਿਵਾਰ 'ਚ ਸ਼ਾਂਤੀ ਕਿੱਥੇ ਰਹਿ ਜਾਊਗੀ। ਤੇ ਉਹ ਤਾਂ ਸਗੋਂ ਆਂਢ ਗੁਆਂਢ ਦੀ ਕਮਲੇ ਦੇ ਰਹਿਣ ਵਾਲੇ ਜਿਹੜੇ ਲੋਕ ਆ ਉਹ ਪਰੇਸ਼ਾਨ ਹੋ ਜਾਂਦੇ ਕਮਲੇ ਦਾ ਕਮਲ ਵੇਖ ਵੇਖ ਕੇ। ਇਸੇ ਤਰ੍ਹਾਂ ਅੱਜ ਸੰਸਾਰ ਦੀ ਹਾਲਤ, ਅਸੀਂ ਪਰਮੇਸ਼ਰ ਦੀ ਭਗਤੀ ਤੋਂ ਟੁੱਟ ਗਏ, ਪਰਮਾਤਮਾ ਦੇ ਨਾਮ ਤੋਂ ਟੁੱਟ ਗਏ, ਸੇਵਾ ਔਰ ਸਿਮਰਨ ਤੋਂ ਟੁੱਟ ਗਏ। ਆਪਦੇ ਅਹੰਕਾਰ ਦੇ ਅੰਦਰ ਸਾਰਾ ਸੰਸਾਰ ਕਮਲਿਆਂ ਵਾਂਗ ਜ਼ਿੰਦਗੀ ਬਤੀਤ ਕਰ ਰਿਹਾ, ਕਿਉਂਕਿ ਪਾਤਸ਼ਾਹ ਦੇ ਬਚਨ ਨੇ ਬਿਨ ਨਾਵੇ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਫਿਰ ਕਮਲੇ ਸਿਆਣੇ ਕਦੋਂ ਹੁੰਦੇ ਆ? ਜਦੋਂ ਗੁਰਮੁਖ ਜਨਾਂ ਦੀ ਸੰਗਤ ਦੇ ਵਿੱਚ ਆ ਕੇ ਸਾਨੂੰ ਇਹ ਸੋਝੀ ਆਉਂਦੀ ਆ ਕਿ ਕਾਹਦੀ ਸਿਆਣਪ ਆ ਜੀ। ਜਿਹੜੇ ਕਾਰਜ ਵਾਸਤੇ ਜੀਵਨ ਮਿਲਿਆ ਉਹ ਤਾਂ ਕੰਮ ਹੀ ਨਹੀਂ ਕਰਿਆ। ਪਰਮਾਤਮਾ ਨੇ 84 ਲੱਖ ਦੀ ਜੂਨ ਦੀ ਸਰਦਾਰੀ ਬਖਸ਼ੀ ਕਿ ਭਾਈ ਆਪਦਾ ਆਵਾਗਮਨ ਦਾ ਚੱਕਰ ਸਮਾਪਤ ਕਰ ਲਓ। ਸਾਡੇ ਐਸੇ ਚੱਕਰ ਆ ਜ਼ਿੰਦਗੀ ਦੇ, ਪਰਮਾਤਮਾ ਵਾਲੇ ਪਾਸੇ ਨੂੰ ਮੋਹ ਹੀ ਨਹੀਂ ਹੁੰਦਾ। ਤਾਂ ਪਾਤਸ਼ਾਹ ਸਮਝਾ ਰਹੇ ਆ, ਆਵਨ ਜਾਵਨ ਨਾ ਹੋਵੀ ਤੇਰਾ, ਨਾਨਕ ਤਿਹ ਜਨ ਕੇ ਪੂਜੋ ਸਦ ਪੈਰਾ। ਜਿਹੜੇ ਸਾਨੂੰ ਆਪਦੇ ਜੀਵਨ ਦਾ ਮਨੋਰਥ ਸਮਝਾ ਦੇਣ ਕਿ ਭਾਈ ਕਿਰਤ ਨਾਲ ਵੀ ਜੁੜਿਆ ਰਹਿ ਤੇ ਪ੍ਰਮਾਤਮਾ ਦਾ ਨਾਮ ਵੀ ਜਪਿਆ ਕਰ, ਸੰਸਾਰ ਨਾਲ ਵੀ ਜੁੜਿਆ ਰਹਿ
ਤੇ ਆਪਣੇ ਮਾਲਕ ਨਿਰੰਕਾਰ ਨਾਲ ਵੀ ਜੁੜਿਆ ਰਹੇ। ਜਿੰਨਾ ਚਿਰ ਸੰਸਾਰ 'ਚ ਰਹਿਣਾ ਸੰਸਾਰ ਦੀ ਲੋੜ ਆ। ਜਦੋਂ ਸੰਸਾਰ ਦਾ ਖੇਡ ਸਮਾਪਤ ਹੋ ਗਿਆ ਉਦੋਂ ਨਿਰੰਕਾਰ ਦੀ ਲੋੜ ਹੈ। ਜੇ ਉਸ ਦੇਸ਼ ਦੀ ਸੋਝੀ ਨਾ ਆਈ ਤਾਂ ਕਿੱਥੇ ਜਾਵੇਂਗਾ, ਸੁਖੀ ਨਹੀਂ ਹੋਵੇਗਾ। ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹੈ ਮਹੱਲ। ਇਹ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ 17ਵੀਂ ਅਸ਼ਟਪਦੀ ਦੇ 8ਵੇਂ ਪਦੇ ਦੇ ਅੰਦਰ ਆਪਾਂ ਨੂੰ ਉਹਨਾਂ ਨੇ ਗਿਆਨ ਦੀ ਬਖਸ਼ਿਸ਼ ਕੀਤੀ। ਕੱਲ੍ਹ ਨੂੰ ਆਪਾਂ ਫਿਰ 18ਵੀਂ ਅਸ਼ਟਪਦੀ ਦੀ ਸ਼ੁਰੂ ਕਰ ਲਾਂਗੇ ਵਿਚਾਰ। ਆਓ ਨਾਲ ਦੀ ਨਾਲ ਪ੍ਰੈਕਟੀਕਲ ਕਰਦੇ ਚੱਲੀਏ। ਜੋ ਪਰਮਾਤਮਾ ਦਾ ਸਿਮਰਨ ਜਿਹਦੇ ਬਗੈਰ ਸਾਰੇ ਧਰਮ ਦੇ ਕਰਮ ਨਿਸਫਲ ਚਲੇ ਜਾਂਦੇ ਆ, ਤੇ ਉਹ ਆਪਾਂ ਨਾਲ ਦੀ ਨਾਲ ਕਰਨਾ ਹੁੰਦਾ ਤਾਂ ਕਿ ਸਾਡੇ ਧਿਆਨ ਦੀ ਇਕਾਗਰਤਾ ਬਣੇ, ਸਾਨੂੰ ਟਿਕਾਓ ਮਿਲੇ, ਸਵਾਸ ਸਵਾਸ ਪਰਮਾਤਮਾ ਦੀ ਯਾਦ ਬਣ ਜੇ, ਸਾਡੇ ਹਿਰਦੇ ਦੇ ਅੰਦਰ ਵਸ ਜੇ। ਉਹਦੇ ਵਾਸਤੇ ਇਹ ਗੁਰਮੰਤਰ ਦਾ ਅਭਿਆਸ ਕਰਨਾ ਸਾਨੂੰ ਬਹੁਤ ਜ਼ਰੂਰੀ। ਆਓ ਫਿਰ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ